ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰੀ ਗੱਲ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਨਾਲ ਹੋ ਰਹੀ ਹੈ ਜੀ। ਹਾਂਜੀ, ਤੁਸੀਂ ਕੌਣ ਜੀ? ਜੀ ਮੈਂ ਕਿਰਪਾਲ ਸਿੰਘ ਛਿੱਤ ਬੋਲਦਾ ਜੀ, ਮੀਡੀਆ ਪਰਸਨ ਬਟਾਲੇ ਤੋਂ ਜੀ। ਬੇਨਤੀ ਕਰਨੀ, ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛਣੇ ਸੀਗੇ, ਤੁਸੀਂ ਇਸ ਵੇਲੇ ਜਵਾਬ ਦੇ ਸਕਦੇ ਜੀ? ਬਿਲਕੁਲ ਜੀ, ਹੁਕਮ ਕਰੋ। ਹਾਂਜੀ, ਇਹ ਸਿੰਘ ਸਾਹਿਬ ਜੀ, ਜਦੋਂ ਕਾਂਗਰਸ ਸਰਕਾਰ ਬਣੀ ਆ ਤੇ ਬਗਰਾੜੀ ਕਾਂਡ ਜਿਹੜਾ ਹੋਇਆ ਸੀ, ਉਹਦੀ ਬੇਅਦਬੀ ਕਾਂਡ ਦੇ ਇਨਸਾਫ ਲੈਣ ਵਾਸਤੇ ਬਗਰਾੜੀ ਵਿਖੇ ਸਿੱਖ ਸੰਗਤਾਂ ਨੇ ਮੋਰਚਾ ਲਾਇਆ ਸੀ ਜੀ। ਉਸ ਵੇਲੇ। ਦੋ ਕਾਂਗਰਸੀ ਨੇਤਾ ਉੱਥੇ ਪਹੁੰਚੇ ਸਨ, ਉਹ ਕਿਹੜੇ ਸਨ ਤੇ ਜਿਨ੍ਹਾਂ ਨੇ ਭਰੋਸਾ ਕਰਾ ਕੇ ਆਪਣਾ ਤੇ ਮੋਰਚਾ ਖਤਮ ਕੀਤਾ ਗਿਆ ਤੇ ਉਹਨਾਂ ਨੇ ਇਨਸਾਫ ਦਿਵਾਇਆ ਕਿ ਨਹੀਂ? ਜਿਸ ਵੇਲੇ ਬਰਗਾੜੀ ਇਨਸਾਫ ਮੋਰਚਾ ਚੱਲ ਰਿਹਾ ਸੀ 2018 ਦੇ ਵਿੱਚ 6.5 ਮਹੀਨੇ ਲਗਾਤਾਰ ਚੱਲਿਆ ਜੀ। ਉਹਦੇ ਵਿੱਚ ਜਿਹੜਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ 6 ਜੂਨ ਨੂੰ ਮੁਲਾਕਾਤ ਹੋਈ ਸੀ ਪੰਜਾਬ ਭਵਨ 'ਚ ਬਰਗਾੜੀ ਮੋਰਚੇ ਦੇ ਵਫਦ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਲਗਾਤਾਰ ਲੱਖਾਂ ਸੰਗਤਾਂ ਮੋਰਚੇ ਵਿੱਚ ਆਈਆਂ ਤਾਂ ਅਖੀਰ ਜਿਸ ਵੇਲੇ ਮੋਰਚਾ ਪੂਰਾ ਪੀਕ ਤੇ ਸੀ ਤਾਂ ਹਾਂਜੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਜਿਹੜੀ ਸੀ ਜਥੇਦਾਰ ਧਿਆਨ ਸਿੰਘ ਮੰਡ ਨਾਲ ਫੋਨ ਤੇ ਹੋਈ, ਜੀ ਜੋ ਉਹਨਾਂ ਨੇ ਦੱਸਿਆ। ਔਰ ਉਸ ਗੱਲਬਾਤ ਦੇ ਦੌਰਾਨ ਹੀ ਜਿਹੜਾ ਸੀਗਾ ਫਿਰ 9 ਤਰੀਕ ਨੂੰ 2 ਮੰਤਰੀ ਪੰਜਾਬ ਦੇ ਔਰ 3 ਸ਼ਾਇਦ 4 MLA ਸੀਗੇ, ਜੀ ਨਾਲ ਮੰਤਰੀ ਸੀਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਔਰ ਜੀ ਸੁਖਜਿੰਦਰ ਸਿੰਘ ਰੰਧਾਵਾ। ਜੀ ਇਹ 2 ਮੰਤਰੀ ਸੀਗੇ, ਨਾਲ ਇਹਨਾਂ ਦੇ ਇੱਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ MLA ਸੀ, ਇੱਕ ਕੁਲਵੀਰ ਸਿੰਘ ਜੀਰਾ ਸੀ, ਇੱਕ ਹਰਮਿੰਦਰ ਸਿੰਘ ਗਿੱਲ ਸੀ। ਔਰ ਜੀ ਇਹ ਉੱਥੇ ਆਏ ਸੀ ਔਰ ਇਹਨਾਂ ਨੇ ਕਿਹਾ ਸੀਗਾ ਆ ਕੇ ਸਟੇਜ ਦੇ ਉੱਪਰ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਭੇਜਿਆ, ਆਹ ਕੰਮ ਅਸੀਂ ਕਰ ਸਕਾਂਗੇ। ਇਹ ਜਿਹੜਾ ਕੰਮਕਾਰ ਆ ਸਾਨੂੰ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਆਹ ਕੁਛ ਮੰਨ ਸਕਦੇ, ਜੋ ਉਹਨਾਂ ਨੇ ਕਿਹਾ ਅਸੀਂ ਐਲਾਨ ਕਰ ਦਿੱਤਾ ਇੱਥੇ। ਜੀ ਅੱਗੋਂ ਮੋਰਚਾ ਚੱਕਣਾ ਨਾ ਚੱਕਣਾ ਤੁਹਾਡੀ ਮਰਜ਼ੀ ਆ। ਠੀਕ ਹੈ ਜੀ। ਉਹ ਜਥੇਦਾਰ ਧਿਆਨ ਸਿੰਘ ਜੀ ਮੰਡ ਜਿਹੜੇ ਸੀਗੇ ਉਹਨਾਂ ਨੇ ਮੋਰਚਾ ਚੱਕਣ ਦਾ ਐਲਾਨ ਕਰਤਾ ਸੀ ਵੀ ਇਹ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਇਹ ਵਾਅਦੇ ਨੂੰ ਵਫਾ ਕਰਿਓ। ਤੇ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਤੇ ਉਹਨਾਂ ਨਾਲ ਗੱਲਬਾਤ ਕੀਤੀ, ਜੀ ਮੰਤਰੀਆਂ ਨੇ ਐਲਾਨ ਕੀਤਾ, ਇਹ ਸਾਰੀ ਗੱਲਬਾਤ ਸੀਗੀ, ਪਰ ਵਾਅਦਾ ਵਫਾ ਨਹੀਂ ਹੋਇਆ। ਬਾਅਦ ਵਿੱਚ ਜੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਵਫਾ ਨਹੀਂ ਕੀਤਾ। ਫਿਰ ਸਿੱਖ ਜਥੇਬੰਦੀਆਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਅੱਗੇ ਵੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਅੱਗੇ ਵੀ ਧਰਨਾ ਲਾਇਆ ਸੀਗਾ। ਹਾਂਜੀ ਕੀਰਤਨ ਦਰਬਾਰ ਕੀਤਾ ਸੀਗਾ ਭਾਈ ਵਡਾਲਾ ਉਹਨਾਂ ਦੇ ਸਾਥੀਆਂ ਨੇ। ਜੀ ਤੇ ਅਸੀਂ ਵੀ ਹਮੇਸ਼ਾ ਜਿਹੜਾ ਸੀਗਾ ਉਹਨਾਂ ਨੂੰ ਕਹਿੰਦੇ ਰਹੇ ਕਿ ਜਿਹੜਾ ਵਾਅਦਾ ਕੀਤਾ ਉੱਥੇ ਉਹਨੂੰ ਵਫਾ ਕਰੋ। ਪਰ ਉਹਨਾਂ ਨੇ ਹਮੇਸ਼ਾ ਇਹੀ ਗੱਲ ਦੋਨਾਂ ਮੰਤਰੀਆਂ ਨੇ ਕਹੀ ਵੀ ਕੈਪਟਨ ਅਮਰਿੰਦਰ ਸਿੰਘ ਕਰ ਨਹੀਂ ਰਹੇ। ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਗਿਆ, CM ਚੰਨੀ ਬਣ ਗਏ, ਜੀ ਤਾਂ ਫਿਰ CM ਚੰਨੀ ਨੂੰ ਵੀ ਅਸੀਂ ਮੰਗ ਪੱਤਰ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਾ ਕੇ ਦਿੱਤਾ, ਚੰਡੀਗੜ੍ਹ ਵੀ ਦਿੱਤਾ, ਔਰ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਤੁਹਾਡੇ ਕੋਲ ਆ ਇਹ ਸਾਰੀ ਵਾਗਡੋਰ। ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਕਿਹਾ ਕਿ ਤੁਹਾਡੇ ਕੋਲ ਆ ਵਾਗਡੋਰ, ਹੋਮ ਮਿਨਿਸਟਰ ਆ, ਪੁਲਿਸ ਪ੍ਰਸ਼ਾਸਨ ਤੁਹਾਡੇ ਅੰਡਰ ਆ, ਹਾਂਜੀ ਤੇ ਹੁਣ ਤੁਸੀਂ ਜਿਹੜਾ ਹੈਗਾ ਜਿਹੜੇ ਬੇਅਦਬੀ ਦੇ ਮੁੱਖ ਦੋਸ਼ੀ ਆ ਡੇਰੇ ਸਰਸੇ ਵਾਲਾ ਉਹਨੂੰ ਲਿਆਓ ਇੱਥੇ ਪੰਜਾਬ 'ਚ, ਜੀ ਔਰ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਤਾਂ ਹੈ ਹੀ ਆ, ਜਿਨ੍ਹਾਂ ਨੇ ਮਰਵਾਈਆਂ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰੋ। ਠੀਕ ਪਰ ਰਿਜ਼ਲਟ ਕੁਛ ਨਹੀਂ, ਕਹਿੰਦੇ ਜੀ ਅਸੀਂ ਕਰ ਰਹੇ ਹਾਂ ਪਰ ਸਾਡੇ ਕੋਲ ਸਮਾਂ ਥੋੜਾ ਵਾ। ਪਰ ਰਿਜ਼ਲਟ ਜਿਹੜਾ ਸੀ ਸਾਨੂੰ ਕੁਛ ਨਹੀਂ ਮਿਲਿਆ, ਨਾ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਿਆ ਨਾ ਬਾਕੀਆਂ ਤੋਂ ਮਿਲਿਆ। ਤੁਸੀਂ ਕੀ ਉਮੀਦ ਰੱਖਦੇ ਜੇ ਇਹਨਾਂ ਤੇ ਜਿਹੜੇ ਨੇਤਾ ਗਏ ਸੀ ਜਿਨ੍ਹਾਂ ਭਰੋਸਾ ਦਿਵਾਇਆ, ਜਾਂ ਇਹ ਪੂਰੀ ਟੀਮ ਜਿਹੜੀ ਕਾਂਗਰਸ ਸਰਕਾਰ, ਇਹ ਤੋਂ ਉਮੀਦ ਰੱਖਦੇ ਤੁਸੀਂ ਕੁਝ ਵੀ ਭਰੋਸਾ ਸਾਨੂੰ ਇਨਸਾਫ ਦੇਖੋ ਦੇਣਗੇ? ਅਸੀਂ ਤਾਂ ਹਮੇਸ਼ਾ ਆਸ ਰੱਖੀ ਸੀ, ਅਸੀਂ ਬਾਦਲਾਂ ਤੋਂ ਵੀ ਆਸ ਰੱਖੀ ਸੀ। ਬਾਦਲਾਂ ਨੇ 1.5 ਸਾਲ ਦਾ ਰਾਜ ਰਿਹਾ ਸੀ ਤਾਂ ਉਹਨਾਂ ਨੂੰ ਵੀ ਕਿਹਾ ਸੀ, ਜਦੋਂ CBI ਨੂੰ ਜਾਂਚ ਦੇ ਰਹੇ ਸੀ ਅਸੀਂ ਕਿਹਾ ਸੀਗਾ ਕਿ CBI ਨੂੰ ਜਾਂਚ ਨਾ ਦਿਓ, ਤੁਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਾਓ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਆ, ਚੋਰੀ ਕਰਨ ਵਾਲੇ ਕੌਣ ਨੇ ਤੇ ਗੋਲੀਆਂ ਮਾਰਨ ਵਾਲੇ ਕੌਣ ਆ, ਇਹ ਸਾਰਾ ਕੁਝ ਤੁਸੀਂ ਆਪ ਕਰੋ। 1.5 ਸਾਲ ਉਹਨਾਂ ਵੀ ਕੁਛ ਨਹੀਂ ਕੀਤਾ ਤੇ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਨੇ ਵੀ 4.5 ਸਾਲ ਕੁਛ ਨਹੀਂ ਕੀਤਾ। ਤੇ ਹੁਣ ਵੀ ਸਾਡੀ ਤਾਂ ਹਮੇਸ਼ਾ ਆਸ, ਅਸੀਂ ਤਾਂ ਨਿਆਂਪਾਲਕਾਂ ਤੋਂ ਵੀ ਸਰਕਾਰਾਂ ਤੋਂ ਵੀ ਸਭ ਤੋਂ ਆਸ ਰੱਖੀ ਆ, ਪਰ ਸਭ ਨੇ ਨਿਰਾਸ਼ ਹੀ ਕੀਤਾ ਪੂਰਨ ਤੌਰ ਤੇ। ਇਹਦਾ ਇਨਸਾਫ ਜਿਹੜਾ ਉਹ ਸਾਨੂੰ ਨਹੀਂ ਮਿਲਿਆ। ਭਾਈ ਸਾਹਿਬ ਜੀ, ਹੋ ਸਕਦਾ ਮੈਂ ਗਲਤ ਹੋਵਾਂ, ਕੁਝ ਸਿੱਖ ਸੰਗਤਾਂ ਦਾ ਰੋਸ ਸੀਗਾ ਕਿ ਉਹ ਧਰਨਾ ਜਿਹੜਾ ਵਾ ਉਹਦੇ ਵਿੱਚ ਕੁਝ ਬੰਦਿਆਂ ਨੂੰ ਏਜੰਸੀਆਂ ਵੱਲੋਂ ਪੈਸੇ ਦੇ ਕੇ ਤੇ ਧਰਨਾ ਖਤਮ ਕੀਤਾ ਗਿਆ, ਕੀ ਇਹ ਸੱਚ ਹੈ ਕਿ ਝੂਠ ਹੈ? ਇਹੋ ਜੀ ਗੱਲ ਜਿਹੜੀ ਆ, ਦੇਖੋ ਇਲਜ਼ਾਮਬਾਜ਼ੀ, ਜਦੋਂ ਕੋਈ ਗੱਲ ਸਿਰੇ ਨਾ ਲੱਗੇ ਇਲਜ਼ਾਮਬਾਜ਼ੀ ਤਾਂ ਬਹੁਤ ਹੁੰਦੀ ਆ, ਇਲਜ਼ਾਮਬਾਜ਼ੀਆਂ ਬਹੁਤ ਹੁੰਦੀਆਂ, ਪਰ ਸੱਚਾਈ ਤੋਂ ਇਹ ਗੱਲਾਂ ਕੋਹਾਂ ਦੂਰ ਹੁੰਦੀਆਂ ਨੇ।
ਉਸ ਵੇਲੇ ਜਦੋਂ ਮੋਰਚਾ ਚੱਲ ਰਿਹਾ ਸੀ ਉਦੋਂ ਸੁਖਬੀਰ ਸਿੰਘ ਬਾਦਲ ਨੇ, ਬਿਕਰਮ ਸਿੰਘ ਮਜੀਠੀਆ ਨੇ ਕਿੰਨੇ ਇਲਜ਼ਾਮ ਲਾਏ ਸੀ। ਮੇਰੀ ਉਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਉਹਦੀ ਕੋਠੀ ਦੇ ਵਿੱਚ, ਟਵੀਟ ਕੀਤਾ ਕਿ ਅੱਜ ਜਿਹੜੀ ਰਿਪੋਰਟ ਬਣ ਰਹੀ ਸਵੇਰੇ ਵਿਧਾਨ ਸਭਾ 'ਚ ਸਬਮਿਟ ਹੋਣੀ, ਜਿਹੜੀ ਬਾਅਦ ਵਿੱਚ ਝੂਠੀ ਪਾਈ ਗਈ ਜੀ ਔਰ ਉਹਨੂੰ ਵਿਧਾਨ ਸਭਾ 'ਚ ਝੂਠਾ ਕਰਾਰ ਦਿੱਤਾ ਸੁਖਬੀਰ ਬਾਦਲ ਨੂੰ, ਕਿਉਂਕਿ ਨਾ ਮੈਂ ਉੱਥੇ ਕੈਪਟਨ ਦੀ ਕੋਠੀ ਗਿਆ ਸੀ, ਨਾ ਕੋਈ ਉਹ ਅਸੀਂ ਰਿਪੋਰਟ ਤਿਆਰ ਕੀਤੀ। ਫਿਰ ਕਿਹਾ 16 ਕਰੋੜ ਰੁਪਈਆ ਦਾਦੂਵਾਲ ਦੇ ਅਕਾਊਂਟ 'ਚ ਪਾਇਆ ਜੀ ISI ਨੇ, ਆ ਕੇ ਮੇਰੇ ਅਕਾਊਂਟ ਦੀ ਵੀ ਜਿਹੜੀ ਸੀ ਉਹ ਛਾਣਬੀਣ ਕੀਤੀ, ਈਡੀ ਨੇ ਆ ਕੇ ਕੀਤੀ, ਆਪਣਾ ਇਨਕਮ ਟੈਕਸ ਨੇ ਕੀਤੀ, ਪਰ 16 ਰੁਪਈਏ ਵੀ ਜਮ੍ਹਾਂ ਨਹੀਂ ਸੀ ਹੋਏ। ਫਿਰ ਜਿਹੜਾ ਬੰਬ ਧਮਾਕਾ ਹੋਇਆ ਸੀ ਨਿਰੰਕਾਰੀਆਂ ਦੇ ਡੇਰੇ 'ਚ, ਤੇ ਸੁਖਬੀਰ ਕਹਿੰਦਾ ਇਹ ਬਰਗਾੜੀ ਵਾਲਿਆਂ ਕਰਾਤਾ, ਪਰ ਬਾਅਦ 'ਚ ਬੰਦੇ ਹੋਰ ਫੜੇ ਗਏ ਸੀਗੇ। ਇਹ ਇਲਜ਼ਾਮਬਾਜ਼ੀਆਂ ਜਿਹੜੀਆਂ ਬਹੁਤ ਚੱਲਦੀਆਂ ਨੇ ਇਹ ਪੈਸਿਆਂ ਦੀਆਂ। ਹੁਣ ਜਦੋਂ ਸਾਡਾ ਮੋਰਚਾ ਸਿਰੇ ਨਾ ਲੱਗਾ, ਬਹੁਤ ਸਾਰੀਆਂ ਪ੍ਰਾਪਤੀਆਂ ਕਰਕੇ ਵੀ ਅਖੀਰ ਜਿਹੜਾ ਉਹਦਾ ਜਿਹੜਾ ਸਮ ਅਪ ਸੀ, ਵਾਈਂਡ ਅਪ, ਉਹ ਤਰੀਕੇ ਨਾਲ ਨਾ ਹੋਇਆ ਔਰ ਪੂਰਨ ਇਨਸਾਫ ਜਿਹੜਾ ਸੀ ਉਹ ਨਾ ਲੈ ਕੇ ਵਾਅਦੇ ਤੇ ਜਿਹੜਾ ਸੀ ਮੋਰਚਾ ਡਿਕਟੇਟਰ ਨੇ ਉਠਾਤਾ, ਤਾਂ ਇਲਜ਼ਾਮ ਲੱਗਣੇ ਜਿਹੜੇ ਸੁਭਾਵਿਕ ਸੀਗੇ, ਪਰ ਇਹਦੇ 'ਚ ਸੱਚਾਈ ਕੋਈ ਨਹੀਂ ਹੈ। ਜੀ ਠੀਕ ਹੈ। ਤੁਸੀਂ ਗੱਲ ਕੀਤੀ ਸੀ ਬਾਦਲ ਕਿਆਂ ਦੀ ਕੀਤੀ ਗੱਲ, ਸੁਖਬੀਰ ਹੋਰਾਂ ਦੀ ਗੱਲ ਕੀਤੀ ਆ। ਜੀ ਹੁਣ ਵੋਟਾਂ ਦਾ ਸਮਾਂ ਨੇੜੇ ਆ ਗਿਆ ਵਾ ਤੇ ਇਹ ਅਕਾਲੀ ਦਲ ਬਾਦਲ ਪਾਰਟੀ ਕਹਿੰਦੀ ਆ ਕਿ ਅਸੀਂ ਪੰਥਕ ਹਤੈਸੀ ਆ। ਜੀ ਪਾਰਟੀਆਂ ਲੋਕ ਜਿਹੜੇ ਨੇ ਉਹ ਸਾਨੂੰ ਵੋਟਾਂ ਪਾਉਣ। ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਜੀ? ਦੇਖੋ ਜੀ, ਪੰਥ ਜਦੋਂ ਦਾ ਬਾਦਲ ਪਰਿਵਾਰ ਪੰਥ ਦੀਆਂ ਸੰਸਥਾਵਾਂ ਤੇ ਕਾਬਜ ਹੋਇਆ, ਇਹਨਾਂ ਨੇ ਪੰਥ ਦੀਆਂ ਸੰਸਥਾਵਾਂ ਦਾ ਭੋਗ ਪਾਤਾ, ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾਤਾ, ਸ਼੍ਰੋਮਣੀ ਕਮੇਟੀ ਦਾ ਭੋਗ ਪਾਤਾ, ਤਖਤਾਂ ਦੀ ਮਾਨ ਮਰਿਆਦਾ ਦਾ ਭੋਗ ਪਾ ਦਿੱਤਾ ਇਹਨਾਂ ਨੇ ਜੀ। ਅਸੀਂ ਸੱਦਾ ਦਿੱਤਾ। ਮੈਂ ਦੇਖੋ ਸੱਦਾ ਪੰਜਾਬ 'ਚ ਦਿੱਤਾ ਵੀ ਭਾਵੇਂ ਕਾਲੇ ਚੋਰ ਨੂੰ ਵੋਟਾਂ ਪਾ ਕੇ ਜਿਤਾਓ, ਪਰ ਬਾਦਲ ਪਰਿਵਾਰ ਨੂੰ, ਮਜੀਠੀਆਂ ਨੂੰ ਹਰਾਓ। ਜੇਕਰ ਤੁਸੀਂ ਇਹਨਾਂ ਨੂੰ ਹਰਾਓਗੇ 2022 ਦੇ ਵਿੱਚ, ਤਾਂ ਅਗਾਂਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਨੇ, ਇਹਨਾਂ ਨੂੰ ਆਪਣੇ ਤਖਤਾਂ, ਆਪਣੀਆਂ ਸ਼੍ਰੋਮਣੀ ਸੰਸਥਾਵਾਂ ਤੋਂ ਹਟਾ ਦਿਓਗੇ ਤਾਂ ਬਾਅਦ ਵਿੱਚ 2027 ਚ ਪੰਥ ਦੀ ਸਰਕਾਰ ਬਣ ਜੂਗੀ। ਅਸਲ ਪੰਥ ਸਾਹਮਣੇ ਆਊਗਾ, ਸ਼੍ਰੋਮਣੀ ਅਕਾਲੀ ਦਲ ਵੀ ਸਰਜੀਤ ਹੋਊਗਾ, ਸ਼੍ਰੋਮਣੀ ਕਮੇਟੀ ਵੀ ਸਰਜੀਤ ਹੋਊਗੀ, ਤਖਤ ਵੀ ਸੁਚੱਜਾ ਹੋਊਗਾ। ਇਸ ਵਾਰ 2022 ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਪਾਸੇ ਕਰਨਾ, ਜਿਸ ਤਰ੍ਹਾਂ ਪਹਿਲਾਂ ਪਾਸੇ ਕੀਤੇ ਆ 5 ਸਾਲ, ਇਸੇ ਤਰ੍ਹਾਂ ਇੱਕ ਵਾਰੀ ਹੋਰ ਕਰ ਦਿਓ ਤਾਂ ਫਿਰ ਇਹ ਸ਼੍ਰੋਮਣੀ ਸੰਸਥਾਵਾਂ ਤੋਂ ਪਾਸੇ ਹੋ ਜਾਣਗੇ। ਬਾਦਲ ਪਰਿਵਾਰ ਵੇਖੋ ਰਲਿਆ ਹੋਇਆ ਨਾ ਸਾਰਾ। ਬਾਦਲ ਪਰਿਵਾਰ ਮਨਪ੍ਰੀਤ ਬਾਦਲ ਨੂੰ ਜਿਤਾ ਰਿਹਾ ਬਠਿੰਡੇ, ਉਹ ਕਾਂਗਰਸ 'ਚ ਹੈ, ਪਰ ਸਾਰੇ ਵੱਡੇ ਛੋਟੇ ਬਾਦਲ ਦਾ ਜ਼ੋਰ ਲੱਗਾ ਹੋਇਆ ਉਹਨੂੰ ਜਿਤਾਉਣ ਲਈ, ਤੇ ਛੋਟਾ ਬਾਦਲ ਬਾਦਲਾਂ ਨੂੰ ਜਿਤਾਉਣ ਤੇ ਉਹਨੇ ਲੰਬੀ ਜਲਾਲਾਬਾਦ ਜ਼ੋਰ ਲਾਇਆ ਪਿਆ। ਉਹ ਆਪਣੀ ਪਾਰਟੀ ਦੇ ਬੰਦਿਆਂ ਨੂੰ ਹੀ ਬਠਿੰਡਾ ਤੇ ਹਾਤੀ ਤੋਂ ਆਪਣਾ ਉਮੀਦਵਾਰ ਹਰਾ ਰਿਹਾ, ਗਿੱਦੜਬਾਹੇ ਤੋਂ ਰਾਜੇ ਨੂੰ ਹਰਾ ਰਿਹਾ, ਮਤਲਬ ਆਪਣੀ ਪਾਰਟੀ ਦੇ ਬੰਦਿਆਂ ਨੂੰ ਹੀ ਹਰਾ ਰਿਹਾ ਤੇ ਬਾਦਲਾਂ ਨੂੰ ਜਿਤਾ ਰਿਹਾ। ਸਾਰਾ ਬਾਦਲ ਪਰਿਵਾਰ ਆਪਸ 'ਚ ਘਿਓ ਖਿਚੜੀ ਆ। ਤੇ ਇੱਕ ਵਾਰੀ ਬਾਦਲ ਪਰਿਵਾਰ ਨੂੰ, ਚਾਹੇ ਉਹ ਕਾਂਗਰਸ 'ਚ ਬੈਠੇ ਆ, ਚਾਹੇ ਬਾਦਲ ਦਲ 'ਚ ਬੈਠੇ ਆ, ਇਹਨਾਂ ਨੂੰ ਪਾਸੇ ਕਰਨਾ ਪਊਗਾ ਜੇ ਅਸੀਂ ਪੰਥ ਨੂੰ ਸਰਜੀਤ ਕਰਨਾ ਚਾਹੁੰਦੇ ਆ। ਇਹ ਕੋਈ ਪੰਥ ਨਹੀਂ ਹੈ, ਪੰਥ ਵਿਰੋਧੀ ਆ। ਇਹਨਾਂ ਨੇ ਨਿਰੰਕਾਰੀ ਕਾਂਡ ਕਰਾਇਆ, ਇਹਨਾਂ ਨੇ ਬਰਗਾੜੀ ਕਾਂਡ ਕਰਾਇਆ, ਇਹਨਾਂ ਨੇ ਸਰਸੇ ਵਾਲਾ ਕਾਂਡ ਕਰਾਇਆ, ਇਹਨਾਂ ਨੇ ਭਨਿਆਰਾ ਕਾਂਡ ਕਰਾਇਆ, ਇਹਨਾਂ ਨੂਰ ਮਹਿਲੀਆ ਕਾਂਡ ਕਰਾਇਆ, ਇਹਨਾਂ ਨੇ ਚੌੜ ਸਿਧਵਾਂ ਕਾਂਡ ਕਰਾਇਆ। ਇਹਨਾਂ ਦੀ ਲਿਸਟ ਬੜੀ ਗਦਾਰੀਆਂ ਦੀ ਲੰਬੀ ਆ। ਸਮੇਧ ਸੈਰੀ ਵਰਗੇ ਪੁਲਿਸ ਮੁਖੀ ਲਾਏ, ਹਾਂਜੀ। ਫਿਰ ਇਹਨਾਂ ਨੇ ਜਿਹੜਾ ਸੀ ਜ਼ਰਾ ਆਲਮ ਵਰਗੇ ਅਕਾਲੀ ਦਲ 'ਚ ਲਿਆਂਦੇ, ਇਹਨਾਂ ਨੇ ਨਕੋਦਰ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਸੀਗੇ। ਸੋ ਇਸ ਕਰਕੇ ਇਹਨਾਂ ਦੀਆਂ ਗਦਾਰੀਆਂ ਦੀ ਬਹੁਤ ਲਿਸਟ ਲੰਬੀ ਆ। ਮੈਂ ਸਰਸੇ ਵਾਲੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਸੀ, ਇਹ ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਸੀ, ਮੁਕੱਦਮੇ ਪਾਉਂਦੇ ਸੀ ਮੇਰੇ ਤੇ। ਇਹ ਸਾਰਾ ਕੁਝ ਜਿਹੜਾ ਬਾਦਲ ਪਰਿਵਾਰ ਦੀ ਜਿਹੜੀ ਗੰਦੀ ਦਾਸਤਾਨ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕਰਕੇ ਕੀਤੀ ਸੀਗੀ। ਉਸ ਤੋਂ ਬਾਅਦ ਬੇਅੰਤੇ ਨੇ ਜਿਸ ਤਰ੍ਹਾਂ ਕੀਤਾ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹਨਾਂ 2022 ਦੇ ਵਿੱਚ ਕਿਸੇ ਦੀ ਸਰਕਾਰ ਬਣ ਜੇ, ਪੰਥ ਦਾ ਮੂੰਹ ਮਹਾਂਦਰਾ ਕੋਈ ਸਾਹਮਣੇ ਨਹੀਂ ਆਉਣਾ। ਇਸ ਕਰਕੇ ਬਾਦਲਾਂ ਨੂੰ ਇੱਕ ਵਾਰੀ ਪਾਸੇ ਕਰ ਦਿਓ, ਬਾਦਲ ਮਜੀਠੀਏ ਹਰਾ ਦਿਓ। 2027 ਦੇ ਵਿੱਚ ਨਰੋਲ ਪੰਥ ਦੀ ਸਰਕਾਰ ਬਣ ਜੂਗੀ। ਇਹਨਾਂ 5 ਸਾਲਾਂ 'ਚ ਪੰਥ ਉੱਭਰੂਗਾ ਜੇ ਬਾਦਲਾਂ ਨੂੰ ਅਸੀਂ ਆਪਣੀਆਂ ਇਹਨਾਂ ਸੰਸਥਾਵਾਂ ਤੋਂ, ਕਿਉਂਕਿ ਇਹ ਸਾਡੀਆਂ ਸੰਸਥਾਵਾਂ ਮਹਾਨ ਨੇ, ਸ਼ਹੀਦੀਆਂ ਪਾ ਕੇ ਹੌਂ 'ਚ ਲਿਆਂਦੀਆਂ ਨੇ, ਪਰ ਇਹਨਾਂ ਨੇ ਰਖੇਲਾਂ ਬਣਾ ਲੀਆਂ, ਭੋਗ ਪਾਤਾ। ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨਾ, ਸ਼੍ਰੋਮਣੀ ਕਮੇਟੀ ਨੂੰ ਸਰਜੀਤ ਕਰਨਾ, ਤਖਤਾਂ ਦਾ, ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜਾ ਕਰਨਾ, ਤੇ ਇੱਕ ਵਾਰੀ ਬਾਦਲ ਪਰਿਵਾਰ ਦਾ 2022 'ਚ ਭੋਗ ਪਾਉਣਾ ਪਊਗਾ। ਤੇ ਪੰਥਕ ਭਰਮ ਪਾ ਕੇ ਲੋਕਾਂ ਨੂੰ ਇਹ ਵੋਟਾਂ ਲੈ ਰਹੇ ਆ। ਪੰਥ ਦੀ ਅਸਲ 'ਚ ਜੇ ਤਾਂ ਗਿਣੀਏ ਤੇ ਡੈਫੀਨੇਸ਼ਨ ਤਾਂ ਲੋਕਾਂ ਨੂੰ ਨਹੀਂ ਪਤਾ ਹੈਗਾ। ਤੁਸੀਂ ਕੀ ਕਹੋਗੇ?
ਬਿਲਕੁਲ ਇਹ ਜਿਹੜੀ ਆ ਇੱਕੋ ਹੀ ਲੋਕਾਂ ਦੇ ਵਿੱਚ ਤੱਕੜੀ ਦਾ, ਕਦੇ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਤੱਕੜੀ ਆ, ਇਹ 13 ਤੋਲ ਦੀ ਆ, ਕਦੇ ਇਸ ਤਰ੍ਹਾਂ ਦਾ ਭੁਲੇਖਾ। ਬਾਕੀ ਤਖਤਾਂ ਦੇ ਜਿਹੜੇ ਇਸ ਵੇਲੇ ਇਹਨਾਂ ਨੇ ਆਪਣੇ ਲਾਏ ਹੋਏ ਨੇ, ਮੈਂ ਤਾਂ ਕਰਿੰਦੇ ਲਫ਼ਜ਼ ਹੀ ਕਹੂੰਗਾ, ਜਿਹੜੇ ਕਰਿੰਦੇ ਲਾਏ ਹੋਏ ਆ, ਤਾਂ ਉਹਨਾਂ ਦੇ ਕੋਲੋਂ ਆਪਣੇ ਆਪ ਨੂੰ ਪੰਥ ਹੋਣ ਦੇ ਸਰਟੀਫਿਕੇਟ ਲੈ ਲੈਂਦੇ ਆ, ਫਖਰੇ ਕੌਮ ਦੇ ਸਰਟੀਫਿਕੇਟ ਲੈ ਲੈਂਦੇ ਆ। ਹਾਂਜੀ ਤੇ ਇਸ ਕਾਰਨ ਕਰਕੇ ਲੋਕਾਂ ਦੇ ਵਿੱਚ ਭੁਲੇਖਾ। ਮੈਂ ਤਾਂ ਹੀ ਹੱਥ ਬੰਨ੍ਹ ਕੇ ਅਪੀਲ ਕਰਦਾ ਸਮੁੱਚੇ ਪੰਥ ਦਾਦੀਆਂ ਨੂੰ, ਪੰਜਾਬ ਵਾਸੀਆਂ ਨੂੰ, ਵੀ ਜੇ ਪੰਥ ਤੇ ਪੰਜਾਬ ਨੂੰ ਬਚਾਉਣਾ ਤਾਂ ਇੱਕ ਵਾਰੀ ਬਾਦਲਾਂ ਨੂੰ, ਮਜੀਠੀਆਂ ਨੂੰ ਪਾਸੇ ਕਰ ਦਿਓ। 2027 ਚ ਪੰਥ ਤੇ ਪੰਜਾਬ ਦੀ ਸਰਕਾਰ ਬਣ ਜੂਗੀ। ਇਸ ਵਾਰ ਕਿਸੇ ਦੀ ਬਣੇ, ਕਿਸੇ ਨੂੰ ਪਾ ਦਿਓ ਵੋਟਾਂ, ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਨੇੜੇ ਵੀ ਬਾਦਲਾਂ ਨੂੰ ਹਰਾਉਂਦਾ, ਮਜੀਠੀਆਂ ਨੂੰ ਹਰਾਉਂਦਾ, ਉਹਨੂੰ ਵੋਟਾਂ ਪਾ ਦਿਓ। ਪਾ ਕਿਸੇ ਨੂੰ ਦਿਓ। ਅਸੀਂ ਨਹੀਂ ਕਹਿੰਦੇ ਇਹਨੂੰ ਪਾਓ, ਇਹਨੂੰ ਪਾਓ, ਇਹਨੂੰ ਪਾਓ, ਅਸੀਂ ਨਹੀਂ ਕਹਿੰਦੇ। ਅਸੀਂ ਇੱਕੋ ਗੱਲ ਕਹਿੰਦੇ ਆ ਵੀ ਬਾਦਲਾਂ ਨੂੰ ਹਰਾਓ, ਜਿਹਨੂੰ ਮਰਜ਼ੀ ਜਿਤਾਓ। ਇੱਕ ਵਾਰੀ ਬਾਦਲ ਪਾਸੇ ਕਰ ਦੋਗੇ ਤਾਂ ਮੁੜ ਕੇ ਆਉਣ ਵਾਲੇ ਸਮੇਂ 'ਚ ਅਸੀਂ ਪੰਥ ਦਾ ਮੂੰਹ ਮਹਾਂਦਰਾ ਕੁਛ ਬਣਾ ਲਵਾਂਗੇ, ਤੇ ਆਉਣ ਵਾਲੀ 2027 ਦੀ ਸਰਕਾਰ ਵੀ ਪੰਥ ਦੀ ਬਣ ਜੂ, ਤੇ ਗੁਰੂ ਘਰਾਂ ਦਾ ਪ੍ਰਬੰਧ ਵੀ ਸੁਚੱਜਾ ਹੋ ਜੂ, ਤੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਵੀ ਸਰਜੀਤ ਹੋ ਜਾਣਗੀਆਂ। ਸਿੰਘ ਸਾਹਿਬ ਜੀ, ਦੋਸ਼ ਨੇ ਪਾਰਟੀਆਂ ਦੇ ਜਾਂ ਕੁਝ ਜਿਹੜੇ ਬੁੱਧੀਜੀਵੀ ਨੇ ਕਿ ਇਹ ਦੋਨੋਂ ਹੀ ਪਾਰਟੀਆਂ ਰਲੀਆਂ ਨੇ, ਕਾਂਗਰਸ ਵੀ ਤੇ ਬਾਦਲ ਕੇ ਵੀ ਦੋਨੋਂ ਰਲੇ ਨੇ, ਤੇ ਇਹਨਾਂ ਤੋਂ ਕਾਂਗਰਸ ਤੋਂ ਉਮੀਦ ਰੱਖਦੇ ਤੁਸੀਂ ਵੀ ਜੇ ਬਾਦਲਾਂ ਨੂੰ ਹਰਾ ਕੇ ਕਾਂਗਰਸ ਨੂੰ ਬਣਾਇਆ ਜਾਂਦਾ ਤੇ ਫਿਰ ਜਿਹੜਾ ਵਾ ਕੋਈ ਮੂੰਹ ਮੰਦਰਾ ਬਣੇਗਾ? ਅੱਗੇ 5 ਸਾਲ ਤੋਂ ਕੀ ਨਹੀਂ ਬਣਿਆ? ਦੇਖੋ ਕੋਈ ਸ਼ੱਕ ਨਹੀਂ ਇਹਦੇ ਵਿੱਚ, ਜੇ ਬਾਦਲ ਤੇ ਕਾਂਗਰਸ ਕੈਪਟਨ ਨਾ ਰਲੇ ਹੁੰਦੇ ਤਾਂ ਬਰਗਾੜੀ ਬੇਅਦਬੀ ਦਾ ਇਨਸਾਫ ਸਾਹਮਣੇ ਆਉਂਦਾ। ਜੇ ਕੈਪਟਨ ਨੇ ਤਾਂ ਹੀ 4.5 ਸਾਲ ਨਹੀਂ ਦਿੱਤਾ, ਕੋਈ ਚਾਚੇ ਭਤੀਜੇ ਇੱਕੋ ਹੀ ਸੀਗੇ, ਜੀ ਇਹ ਸਾਰਾ ਇਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਸੀਗਾ। ਤੇ ਇਸੇ ਹਾਂਜੀ ਕਰਕੇ ਮੈਂ ਬੇਨਤੀ ਕਰ ਰਿਹਾ ਵੀ ਇੱਕ ਵਾਰੀ ਬਾਦਲਾਂ ਨੂੰ ਪਾਸੇ ਕਰ ਦਿਓ, ਭਾਵੇਂ ਕਾਂਗਰਸ ਆ ਜੇ, ਭਾਵੇਂ ਆਮ ਪਾਰਟੀ ਆ ਜੇ, ਭਾਵੇਂ ਭਾਜਪਾ ਆ ਜੇ, ਕੋਈ ਆ ਜਾਵੇ ਇੱਕ ਵਾਰ। ਪਰ ਜੇ ਅਸੀਂ ਇਹਨਾਂ ਨੂੰ ਲੈ ਆਂਦਾ ਤਾਂ ਮੁੜ ਕੇ ਪੰਥ ਰਹਿੰਦਾ ਖੁੰਦਾ ਵੀ ਮਾਰਿਆ ਜਾਣਾ। ਇਹਨਾਂ ਨੂੰ ਪਾਸੇ ਕਰ ਦਈਏ ਇੱਕ ਵਾਰ, ਕੋਈ ਆ ਜੇ। 2027 ਚ ਅਸੀਂ ਪੰਥ ਜਿਹੜਾ ਵਾ ਉਹ ਮੈਂ ਗਰੰਟੀ ਕਰਦਾ ਵੀ ਆਪਾਂ ਪੰਥ ਲਿਆਵਾਂਗੇ। ਜੇ ਇੱਕ ਵਾਰੀ ਭਾਵੇਂ ਇੱਥੇ ਕਾਂਗਰਸ ਆ ਜੇ, ਭਾਵੇਂ ਝਾੜੂ ਆ ਜੇ, ਭਾਵੇਂ ਭਾਜਪਾ ਆ ਜੇ, ਕੋਈ ਆ ਜੇ, ਪਰ ਜੇ ਇੱਕ ਵਾਰੀ ਬਾਦਲ ਮਜੀਠੀਏ ਪਾਸੇ ਕਰਤੇ ਤਾਂ 2027 ਚ ਪੰਥ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਅਸਲ ਬਣ ਜੂਗੀ, ਮੂੰਹ ਮਹਾਂਦਰਾ ਬਣ ਜੂਗਾ। ਇੱਕ ਵਾਰੀ ਇਹਨਾਂ ਨੂੰ ਇਹ ਸਾਰਿਆਂ ਨਾਲ ਰਲ ਜਾਂਦੇ ਆ। ਇਹ ਹਾਂਜੀ ਕਿੰਨਾ ਚਿਰ ਸੰਘ ਨਾਲ ਰਲੇ ਰਹੇ, ਇਹਨਾਂ ਨੇ ਪੰਥ ਪੰਜਾਬ ਲਈ ਕੁਝ ਨਹੀਂ ਲਿਆ। ਬੀਜੇਪੀ ਤੋਂ ਇਹਨਾਂ ਨੇ ਆਪਣੇ ਪਰਿਵਾਰ ਲਈ ਵਜ਼ੀਰੀਆਂ ਲਈਆਂ। ਜੀ ਇਹ ਕੈਪਟਨ ਨਾਲ ਰਲੇ ਰਹੇ, ਇਹਨਾਂ ਨੇ ਪੰਥ ਤੇ ਪੰਜਾਬ ਲਈ ਕੁਝ ਨਹੀਂ ਲਿਆ, ਇਹਨਾਂ ਆਪਦੇ ਲਈ ਲਿਆ, ਆਪਣੇ ਆਪ ਨੂੰ ਬਚਾਇਆ। ਇਹ ਸਾਰਾ ਕੁਝ ਜਿਹੜਾ ਹੈਗਾ ਇਹਨਾਂ ਤੋਂ ਕੋਈ ਆਸ ਨਹੀਂ, ਹਰੇਕ ਨਾਲ ਹੀ ਰਲ ਜਾਂਦੇ ਆ। ਪਰ ਇਸ ਵਾਰੀ ਇਹਨਾਂ ਨੂੰ ਇੱਕ ਵਾਰੀ ਜਦੋਂ ਪਾਸੇ ਕਰ ਦਿੱਤਾ ਤਾਂ ਫਿਰ ਆਪਾਂ ਪੰਥ ਦਾ ਮੂੰਹ ਮਹਾਂਦਰਾ ਜਿਹੜਾ ਉਹ ਬਣਾ ਸਕਦੇ। ਆਖਰੀ ਸਵਾਲ ਜੀ ਸਿੰਘ ਸਾਹਿਬ ਜੀ, ਇਹਨਾਂ ਦਾ ਸ਼ਿਵ ਸੈਨਾ ਨਾਲ ਵੀ ਗੱਠਜੋੜ ਹੋ ਗਿਆ, ਪਖੰਡੀਆਂ ਗੁਰੂ ਡੇਰੇਦਾਰਾਂ ਨਾਲ ਵੀ ਸਮਝੌਤਾ ਹੋ ਚੁੱਕਾ, ਜਥੇਦਾਰ ਵੱਲੋਂ ਵੀ ਇੱਕ ਬੀਜੇਪੀ ਨੇਤਾ ਨੂੰ ਸਰੋਪਾ ਦਿੱਤਾ ਗਿਆ। ਧੁੰਮਾ ਆਪਣੇ ਹਰਨਾਮ ਸਿੰਘ ਧੁੰਮਾ ਜੀ ਦਮਦਮੀ ਟਕਸਾਲ ਵਾਲੇ, ਉਹ ਵੀ ਇਹਨਾਂ ਦੀ ਸਪੋਰਟ ਕਰਨ ਵਾਸਤੇ ਲੋਕਾਂ ਨੂੰ ਜਿਹੜਾ ਉਹ ਅਪੀਲ ਕਰ ਰਹੇ ਨੇ। ਤੁਹਾਡਾ ਕੀ ਪ੍ਰਤੀਕਰਮ ਇਸ ਦੇ ਬਾਰੇ? ਦੇਖੋ ਮੈਂ ਪਹਿਲਾਂ ਕਹਿ ਚੁੱਕਾ ਨਾ, ਇਹ ਕਿਸੇ ਨਾਲ ਵੀ ਕਰ ਸਕਦੇ ਆ। ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਇਹ ਗਧੇ ਨੂੰ ਵੀ ਬਾਪ ਕਹਿ ਦਿੰਦੇ ਆ ਬਾਦਲ ਕੇ, ਤੇ ਜਦੋਂ ਲੋੜ ਨਿਕਲ ਜਾਂਦੀ ਉਦੋਂ ਬਾਪ ਨੂੰ ਵੀ ਗਧਾ ਕਹਿ ਦਿੰਦੇ ਆ। ਜੀ ਇਹ ਕਿਸੇ ਨਾਲ ਵੀ ਕਰ ਸਕਦੇ। ਹੁਣ 6 ਜੂਨ ਆਉਣ ਵਾਲੀ ਆ, 6 ਜੂਨ ਨੂੰ ਸ਼ਿਵ ਸੈਨਾ ਵਾਲੇ ਜਿਹੜੇ ਉਹ ਸੰਤ ਜਰਨੈਲ ਸਿੰਘ ਦੇ ਪੁਤਲੇ ਸਾੜਨਗੇ, ਜੀ ਫੋਟੋਆਂ ਸਾੜਨਗੇ, ਤੇ ਫਿਰ ਇਹ ਉਹਨਾਂ ਨੂੰ ਹਟਾਉਣ ਜਾਣਗੇ ਜਾਂ ਇਹਨਾਂ ਦੀ ਮਾਨਤਾ ਹੋਊਗੀ ਉਹਨਾਂ ਨੂੰ? ਫਿਰ ਦੱਸੋ ਜਿਨ੍ਹਾਂ ਨਾਲ ਗੱਠ ਜੋੜ ਇਹਨਾਂ ਦਾ। ਜੀ ਇਹ ਸਾਰਾ ਸਵਾਲਾਂ ਦੇ ਘੇਰੇ ਚ ਆ। ਇਹ ਸਾਰੇ ਸੌਦਾ ਸਾਧਨਾ ਵੀ ਰਲ ਜਾਂਦੇ, ਮਾਫੀਨਾਮੇ ਵੀ ਦਵਾ ਦਿੰਦੇ ਆ, ਵੋਟਾਂ ਵੀ ਲੈ ਲੈਂਦੇ ਉਹਦੇ ਜਾ ਕੇ। ਹੁਣ ਵੀ ਵੋਟਾਂ ਪਾਉਣਗੇ ਉਹ ਇਹਨਾਂ ਨੂੰ। ਭਾਜਪਾ ਤਾਂ ਭੁਲੇਖੇ ਜਾ ਕੇ ਸ਼ਾਇਦ ਸਾਨੂੰ ਵੋਟਾਂ ਪਾ ਦੂਗਾ ਡੇਰੇ ਵਾਲਾ, ਇਹ ਇਹਨਾਂ ਨੂੰ ਵੋਟਾਂ ਪੈਣੀਆਂ। ਤੁਸੀਂ ਦੇਖਿਓ ਇਹਨਾਂ ਨਾਲ ਗੱਠਜੋੜ ਅੰਦਰ ਖਾਤੇ ਸਾਰਾ। ਜਿੰਨੇ ਸਿੱਖ ਵਿਰੋਧੀ ਆ, ਜਿੰਨੇ ਪੰਥ ਵਿਰੋਧੀ, ਪੰਜਾਬ ਵਿਰੋਧੀ, ਉਹਨਾਂ ਨਾਲ ਬਾਦਲ ਪਰਿਵਾਰ ਦਾ ਗੱਠਜੋੜ ਆ। ਉਹਨਾਂ ਨਾਲ ਸਾਂਝ ਆ ਉਹਨਾਂ ਦੀ ਅੰਦਰ ਖਾਤੇ। ਬਾਕੀ ਤਾਂ ਭੁਲੇਖੇ ਚ ਹੀ ਨੇ। ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਜੀ ਧੁੰਮਾ, ਉਹਨਾਂ ਨੂੰ ਗੁਰੂ ਪੰਥ ਦੇ ਬਾਰੇ ਜਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਬਾਰੇ ਕੀ ਉਹਨਾਂ ਨੂੰ ਉਹ ਅਵੇਸਲੇ ਨੇ ਜਾਂ ਉਹਨਾਂ ਨੂੰ ਜਾਣਕਾਰੀ ਨਹੀਂ ਆ, ਜਿਹਦਾ ਕਰਕੇ ਉਹ ਬਾਦਲ ਪਰਿਵਾਰ ਦੀ ਸਪੋਰਟ ਕਰਨ ਵਾਸਤੇ ਸਿੱਖ ਸੰਗਤਾਂ ਨੂੰ ਅਪੀਲ ਕਰ ਰਹੇ ਨੇ? ਦੇਖੋ ਹਰੇਕ ਦਾ ਆਪਣਾ ਹੱਕ ਹੁੰਦਾ ਵੀ ਉਹ ਕਿਹਦੇ ਹੱਕ ਜਾਂ ਵਿਰੋਧ ਚ ਭੁਗਤਦਾ, ਪਰ ਉਹਨਾਂ ਨੂੰ ਇਸ ਗੱਲ ਨੂੰ ਜਿਹੜਾ ਉਹ ਸ਼ੁਰੂ ਤੋਂ ਹੀ ਬਾਦਲ ਦੇ ਨਾਲ ਚੱਲਦੇ ਆ, ਉਹਨਾਂ ਤੇ ਬਾਦਲ ਪਰਿਵਾਰ ਦੀ ਲੰਬੀ ਉਮਰ ਦੀਆਂ ਅਰਦਾਸਾਂ ਵੀ ਕੀਤੀਆਂ ਨੇ ਤੇ ਕਰਾਈਆਂ ਨੇ, ਤੇ ਉਹਨਾਂ ਨੇ ਸਮਰਥਨ ਵੀ ਦਿੱਤਾ। ਪਰ ਸੰਗਤਾਂ ਜੋ ਖਿਤਾਬ ਕੀ ਮਿਲਿਆ, ਦੇਖੋ ਉਹਨਾਂ ਨੇ 100-150 ਸੰਤ ਮਹਾਤਮਾ ਇਕੱਠੇ ਕੀਤੇ, ਤਾਂ ਉਹਨਾਂ ਦਾ ਜਿਹੜਾ ਖਿਤਾਬ ਕੀ ਮਿਲਿਆ, ਮੈਂ ਤਾਂ ਪੋਸਟਰ ਦੇਖਿਆ ਸੋਸ਼ਲ ਮੀਡੀਆ ਤੇ, ਉਹਨਾਂ ਨੇ ਲਿਖਿਆ ਕਿ
ਭਾਜਪਾ ਕੋਲੇ 1 ਰਾਮ ਰਹੀਮ ਆ ਤੇ ਬਾਦਲਾਂ ਕੋਲੇ 150-200 ਰਾਮ ਰਹੀਮ ਆ। ਜੀ ਇਹੀ ਖਿਤਾਬ ਮਿਲਿਆ ਉਹਨਾਂ ਨੂੰ ਇਸ ਗੱਲ ਦਾ। ਬਾਕੀ ਬਹੁਤ ਸਾਰੇ ਸੰਤ ਮਹਾਤਮਾ ਦੇ ਨਾਂ ਅਖਬਾਰਾਂ 'ਚ ਛਪੇ ਸੀ ਪਰ ਉਹ ਗਏ ਨਹੀਂ ਸੀਗੇ। ਕਈਆਂ ਦੇ ਸਾਨੂੰ ਫੋਨ ਆਏ, ਕਹਿੰਦੇ ਅਸੀਂ ਤਾਂ ਸੰਤ ਸਮਾਜ ਦੀ ਮੀਟਿੰਗ ਕਰਕੇ ਗਏ ਸੀਗੇ, ਸਾਨੂੰ ਨਹੀਂ ਪਤਾ ਸੀ ਵੀ ਗਾਂਹ ਬਾਦਲਾਂ ਦਾ ਸਮਰਥਨ ਕਰਨਾ ਵਾ। ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ। ਪਰ ਬਾਬਾ ਹਰਨਾਮ ਸਿੰਘ ਸ਼ੁਰੂ ਤੋਂ ਬਾਦਲ ਦਲ ਦਾ ਜਿਹੜਾ ਸਮਰਥਨ ਕਰਦੇ ਆਏ ਆ। ਕਦੋਂ ਤੋਂ? ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਤੋਂ। ਵੈਸੇ ਜਦੋਂ ਬਾਬੇ ਹਰਨਾਮ ਸਿੰਘ ਨੂੰ ਦਸਤਾਰਬੰਦੀ ਹੋਈ ਸੀ ਉਦੋਂ ਬਾਦਲਾਂ ਨੇ ਬਾਬੇ ਰਾਮ ਸਿੰਘ ਦੀ ਦਸਤਾਰਬੰਦੀ ਕੀਤੀ ਸੀ। ਹਾਂਜੀ, ਸੰਗਰਾਵਾਂ ਜਾ ਕੇ ਬੀਬੀ ਜਗੀਰ ਕੌਰ ਉੱਥੇ ਗਈ, ਜਥੇਦਾਰ ਜੋਗਿੰਦਰ ਸਿੰਘ ਬਦੰਤੀ ਉੱਥੇ ਗਿਆ, ਹਨਾ ਜੀ ਗਏ ਸੀ। ਬਾਦਲਾਂ ਨੇ ਜਾ ਕੇ ਬਰਾਬਰ ਮਹਿਤੇ ਦੇ ਬਰਾਬਰ ਦਸਤਾਰਬੰਦੀ ਜਿਹੜੀ ਸੀ ਉਹ ਰਾਮ ਸਿੰਘ ਹੁਣਾਂ ਦੇ ਕੀਤੀ ਸੰਗਰਾਵਾਂ ਦੀ। ਹਾਂਜੀ, ਪਰ ਬਾਅਦ ਵਿੱਚ ਜਿਹੜਾ ਹਰਨਾਮ ਸਿੰਘ ਸੀਗਾ ਉਹ ਬਾਦਲ ਪਰਿਵਾਰ ਦੇ ਨੇੜੇ ਲੱਗ ਗਿਆ, ਕਿਉਂਕਿ ਜਿਹੜਾ ਫਤਿਹਗੜ੍ਹ ਸਾਹਿਬ ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਕਰਾਇਆ ਸੀ ਜਿਹਦੇ ਤੇ ਪੈਸਾ ਤਾਂ ਜ਼ਿਆਦਾ ਸਰਦਾਰ ਰਵਿੰਦਰ ਸਿੰਘ ਨੇ ਖਰਚਿਆ ਸੀਗਾ। ਹਾਂਜੀ, ਪਰ ਬਾਬਾ ਹਰਨਾਮ ਸਿੰਘ ਉਸ ਦੇ ਉੱਤੇ ਜਿਹੜਾ ਸੀ ਉਹ ਉਦੋਂ ਅਵਤਾਰ ਸਿੰਘ ਮੱਕੜ SGPC ਦਾ ਪ੍ਰਧਾਨ ਸੀ, ਉਹਨੂੰ ਉੱਥੇ ਸੱਦ ਕੇ ਮੁੜ ਕੇ ਇਹਨਾਂ ਨਾਲ ਇਹੋ ਜਿਹੇ ਘਿਓ ਖਿਚੜੀ ਹੋਏ ਕਿ ਇਹਨਾਂ ਦੇ ਨਾਲ ਜਿਹੜਾ ਸੀ ਉਹ ਰਲ ਕੇ ਬਾਦਲ ਪਰਿਵਾਰ ਨਾਲ ਸ਼ੁਰੂ ਤੋਂ ਬਾਅਦ ਪਿੱਛੇ ਜੇ ਥੋੜੀਆਂ ਤਰੇੜਾਂ ਦੀ ਵੀ ਖਬਰ ਆਈ ਸੀਗੀ। ਹਾਂਜੀ, ਪਰ ਬਾਅਦ ਵਿੱਚ ਜਿਹੜਾ ਹੁਣ ਇੱਕ ਬਾਬਾ ਲਹਿਣਾ ਸਿੰਘ ਉਹਨਾਂ ਨੇ ਤਾਂ ਚੈਲੰਜ ਵੀ ਕੀਤਾ, ਉਹਦਾ ਕਹਿੰਦੇ ਬਾਬਾ ਹਰਨਾਮ ਸਿੰਘ ਮਹਿਤੇ ਚੌਂਕ ਦੇ ਵਿੱਚੋਂ ਅਕਾਲੀ ਦਲ ਨੂੰ ਜਿਤਾ ਕੇ ਦਿਖਾ ਦੇਣ, ਮਹਿਤੇ ਪਿੰਡ ਦੇ ਵਿੱਚੋਂ। ਸਾਡੇ ਗਵਾਂਢੀ ਨੇ ਜੀ ਬਾਬਾ ਲਹਿਣਾ ਸਿੰਘ। ਹਾਂ, ਬਾਬੇ ਲਹਿਣਾ ਸਿੰਘ ਉਹਨਾਂ ਨੇ ਤਾਂ ਕਿਹਾ, ਉਹ ਕਹਿੰਦੇ ਉਹ ਵੀ ਟਕਸਾਲ ਦੇ ਰਾਗੀ ਸਿੰਘ ਰਹੇ ਆ, ਮਹਿਤਾ ਚੌਂਕ ਹੀ ਉਹਨਾਂ ਦਾ ਆਨੰਦ ਕਾਰਜ ਹੋਇਆ, ਉਹ ਪਿੰਡ 'ਚ ਹੀ ਵਿਆਹੇ ਨੇ। ਕੁਲਬੀਰ ਸਿੰਘ ਤੇ ਸਾਂਢੂ ਨੇ ਜੀ ਰਾਗੀ ਸਿੰਘ ਦੇ। ਹਾਂਜੀ, ਰਾਗੀ ਸਿੰਘ ਦੇ। ਉਹਨਾਂ ਨੇ ਤਾਂ ਇਹ ਵੀ ਸਪਸ਼ਟ ਕਿਹਾ, ਮੈਂ ਉਹਨਾਂ ਦੀ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਉਹਨਾਂ ਨੇ ਜਿਹੜੇ ਗੱਲ ਕੀ, ਉਹ ਕਹਿੰਦੇ ਮਹਿਤੇ ਪਿੰਡ ਦੇ ਵਿੱਚੋਂ ਜਿਤਾਉਣ। ਮਹਿਤੇ ਪਿੰਡ ਦਾ ਜਿਹੜਾ ਸਰਪੰਚ ਆ ਉਹ ਤਾਂ ਜਸਵੀਰ ਸਿੰਘ ਡਿੰਪੇ ਦੇ ਨੇੜੇ ਆ, ਉਹਨਾਂ ਦੀ ਗੱਡੀ 'ਚ ਹੁੰਦਾ ਜੀ। ਠੀਕ ਆ, ਉਹਨੇ ਤਾਂ ਮਜੀਠੀਏ ਦੀ ਜੁੱਤੀ ਵੀ ਦਿਖਾਈ ਸੀ ਉਹਨੇ ਤਾਂ ਮਜੀਠੀਏ ਨੂੰ ਪਿਛਲੀ ਇਲੈਕਸ਼ਨ ਦੇ ਵਿੱਚ ਕਿ ਮਜੀਠੀਆ ਤੇਰੀ ਇਹਦੇ ਨਾਲ ਸੇਵਾ ਕਰਾਂਗੇ, ਹਨਾ ਜੀ। ਤੇ ਬਾਬਾ ਹਰਨਾਮ ਸਿੰਘ ਜਿਹੜੇ ਆ ਉਹ ਬਾਦਲ ਦਲ ਦੀ ਮਦਦ ਕਰਦੇ। ਗੱਲ ਸਮਝ ਹੀ ਨਹੀਂ ਆਉਂਦੀ। ਬਾਕੀ ਚਲੋ ਹਰੇਕ ਦਾ ਆਪੋ ਆਪਣਾ ਵਾ। ਬਾਬੇ ਹਰਨਾਮ ਸਿੰਘ ਦੇ ਆਪਣੇ ਵਿਚਾਰ, ਆਜ਼ਾਦੀ ਆ, ਜਿਹਨੂੰ ਮਰਜ਼ੀ ਸਮਰਥਨ ਕਰਨ, ਜਿਹਦਾ ਮਰਜ਼ੀ ਵਿਰੋਧ ਕਰਨ। ਪਰ ਦੁੱਖ ਇਸ ਗੱਲ ਦਾ ਵਾ ਕਿ ਜਿਹੜੇ ਬਾਦਲ ਬੇਅਦਬੀਆਂ ਦੇ ਦੋਸ਼ੀ ਆ, ਜਿਹੜੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀ ਆ, ਉਹਨਾਂ ਦਾ ਸਮਰਥਨ ਸਾਨੂੰ ਨਹੀਂ ਕਰਨਾ ਚਾਹੀਦਾ ਸੀ। ਸਗੋਂ ਜੇ ਅਸੀਂ ਅਸਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸੁਰਜੀਤ ਕਰਨੀ ਚਾਹੁੰਦੇ ਆ ਤੇ ਬਾਬੇ ਹਰਨਾਮ ਸਿੰਘ ਨੂੰ ਤਾਂ ਸਗੋਂ ਅੱਗੇ ਲੀਡ ਲੈਣੀ ਚਾਹੀਦੀ ਆ ਕਿ ਇਹਨਾਂ ਨੂੰ ਜਿਹੜਾ ਪਾਸੇ ਕਰਕੇ ਤੇ ਅਸਲ ਸ਼੍ਰੋਮਣੀ ਦਲ ਤੇ ਅਸਲ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਨੂੰ ਸੁਰਜੀਤ ਕੀਤਾ ਜਾਵੇ। ਠੀਕ। ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਅਖੀਰ ਦੇ ਵਿੱਚ? ਬਸ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਪੰਥ ਪੰਜਾਬ ਜੇ ਬਚਾਉਣਾ, ਬਾਦਲ ਪਰਿਵਾਰ ਰਾਜਨੀਤੀ ਚੋਂ ਭਜਾਓ ਤੇ ਪੰਥ ਤੇ ਪੰਜਾਬ ਬਚਾਓ। ਮੇਰੀ ਤੇ ਇਹੀ ਬੇਨਤੀ ਆ ਕਿ ਜਿਹਨੂੰ ਮਰਜ਼ੀ ਲੈ ਆਓ ਪਰ ਬਾਦਲਾਂ ਮਜੀਠੀਆਂ ਨੂੰ ਇੱਕ ਵਾਰੀ ਪਾਸੇ ਕਰ ਦਿਓ। ਜਦੋਂ ਇਹ ਪਾਸੇ ਕਰਤੇ ਤਾਂ ਅਗਲੀ ਜਿਹੜੀ ਸਰਕਾਰ ਆ ਉਹ ਤੁਹਾਡੀ ਆਪਣੀ ਬਣ ਜੂਗੀ। 2027 ਚ ਪੰਥ ਦੀ ਸਰਕਾਰ, ਪੰਜਾਬ ਦੀ ਸਰਕਾਰ ਅਸਲ ਬਣ ਜੂਗੀ। ਅਰਕਾਂ ਜਿਹਦੀ ਮਰਜ਼ੀ ਬਣ ਜਾਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਸਿੰਘ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।